ਵਾਹਿਗੁਰੂ ਜੀ ਕੀ ਫਤਿਹ ਜੀ। ਸਰੋਤਿਆਂ ਨੂੰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਦੇਖੋ ਜੀ, ਸਿੱਧੀ ਗੱਲ ਹੈ ਕਿ ਜਿਹੜੇ ਹਾਦਸੇ ਹੋਏ ਨੇ, ਹਾਂ ਠੀਕ ਹੈ, ਇਸ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਅਮਰਜੀਤ ਸਿੰਘ ਹੋਰਾਂ ਦੇ ਕਿ ਬਈ ਇਹ ਕਿਉਂ ਹੋ ਰਹੇ ਨੇ, ਸਾਡੇ ਗੁਰੂ ਘਰਾਂ 'ਚ ਕਿਉਂ ਹੋ ਰਹੇ ਨੇ। ਆਫਟਰ ਆਲ ਡਿਪਰੈਸ਼ਨ ਅਗਰ ਆਪਾਂ ਦੇਖ ਲਈਏ ਤੇ ਡਿਪਰੈਸ਼ਨ ਹਰ ਇੱਕ ਕੌਮ ਦੇ ਵਿੱਚ ਬੰਦਿਆਂ ਦੇ ਵਿੱਚ ਹੁੰਦੇ ਨੇ, ਭਾਵੇਂ ਉਹ ਸਿੱਖ ਹੋਵੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਕ੍ਰਿਸਚਨ ਹੋਵੇ, ਜਾਤ ਧਰਮ ਦੇਖ ਕੇ ਨਹੀਂ ਆਉਂਦਾ, ਠੀਕ ਹੈ ਨਾ ਜੀ। ਸੋ ਅਗਰ ਜੇ ਡਿਪਰੈਸ਼ਨ ਹੈ ਤੇ ਇਹ ਕਿਉਂ, ਇਹ ਸਾਰੇ ਜਿਹੜੇ ਹੈਗੇ ਜਿਹੜੀ ਗੱਲ ਕਰ ਰਹੇ ਨੇ ਕਿ ਵੀ ਇਹ ਕਿਉਂ ਸਾਡੇ ਸਿਰਫ ਗੁਰਦੁਆਰਿਆਂ ਦੇ ਵਿੱਚ ਹੀ ਇਹੋ ਜਿਹੇ ਹਾਦਸੇ ਹੁੰਦੇ ਨੇ। ਹੋਰ ਜਿਹੜੀਆਂ ਪਵਿੱਤਰ ਥਾਵਾਂ ਨੇ, ਮੰਦਿਰ ਹੋ ਗਏ, ਮਸਜਿਦਾਂ ਹੋ ਗਈਆਂ, ਚਰਚ ਹੋ ਗਏ, ਉੱਥੇ ਕੋਈ ਨਹੀਂ ਇਹੋ ਜਿਹਾ ਕੰਮ ਹੋ ਰਿਹਾ। ਠੀਕ ਹੈ। ਸੋ ਇਹ ਵੀ ਇੱਕ ਚਿੰਤਾਜਨਕ ਸੋਚ ਬਣੀ ਪਈ ਹੈ ਸਾਡੇ ਆਪਸ ਵਿੱਚ। ਅਸੀਂ ਗੱਲਾਂ ਬਾਤਾਂ ਕਰਦੇ ਹਾਂ ਐਜ਼ ਇੰਟੈਲੈਕਚੁਅਲਸ ਕਿ ਵੀ ਹੋ ਕੀ ਰਿਹਾ ਤੇ ਕੌਣ ਕਰਾ ਰਿਹਾ। ਅੱਛਾ, ਨਾਓ ਕਮਿੰਗ ਡਾਊਨ ਟੂ ਕੌਣ ਕਰਾ ਰਿਹਾ, ਉਹ ਤੇ ਸਾਜ਼ਿਸ਼ ਦੇ ਤਹਿਤ ਪੁਲਿਸ ਨੇ ਪਤਾ ਕਰਨਾ ਹੁੰਦਾ ਹੈ ਤੇ ਸਟੇਟ ਦਾ ਕੰਮ ਹੁੰਦਾ ਹੈ, ਠੀਕ ਹੈ ਨਾ ਜੀ। ਹੁਣ ਨਾ ਗੱਲ ਕੀ ਹੋਈ ਹੈ ਕਿ ਵਿਜੇ ਜੀ ਕਿ ਪਿਛਲੇ ਦਿਨਾਂ 'ਚ, ਪਿਛਲੇ ਕਈ ਦਹਾਕਿਆਂ 'ਚੋਂ ਸਗੋਂ ਇੱਕ ਸੈਂਸ ਆਫ ਇਨਜਸਟਿਸ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਤੇ ਸਪੈਸ਼ਲੀ ਸਿੱਖਾਂ ਦੇ ਵਿੱਚ ਰਹਿ ਰਹੀ ਹੈ। ਭਾਵੇਂ ਅਸੀਂ ਲੈ ਲਈਏ ਦਰਬਾਰ ਸਾਹਿਬ ਦੇ ਹਮਲੇ ਤੋਂ ਲੈ ਕੇ, ਭਾਵੇਂ ਅਸੀਂ ਨਵੰਬਰ 84 ਦਾ ਕਤਲੇਆਮ ਲੈ ਲਈਏ, ਭਾਵੇਂ ਰੀਸੈਂਟਲੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਓ। ਸੋ ਸੈਂਸ ਆਫ ਇਨਜਸਟਿਸ ਜਿਹੜੀ ਹੈ ਨਾ ਉਹ ਇੱਥੇ ਪ੍ਰਵੇਲ ਕਰ ਰਹੀ ਹੈ। ਕਪਲਡ ਵਿਦ ਦਿਸ ਜਿਹੜੀ ਹੈ, ਆਈ ਥਿੰਕ ਦੇਰ ਇਜ਼ ਏ ਫਾਈਨੈਂਸ਼ੀਅਲ ਡਿਸਟ੍ਰੈਸ ਇਨ ਦ ਐਗਰੀਕਲਚਰ ਸੈਕਟਰ। ਸੋ ਥੋੜੀ ਜਿਹੀ ਫਰਸਟ੍ਰੇਸ਼ਨ ਹੈ, ਬਟ ਇਹ ਫਰਸਟ੍ਰੇਸ਼ਨ ਕਦੀ ਨਹੀਂ ਤੇ ਕਿੱਥੇ ਵੀ ਨਹੀਂ, ਇਹ ਕਦੀ ਵੀ ਇਹੋ ਜਿਹੀ ਹਰਕਤ ਕਿ ਤੁਸੀਂ ਸੌਦਾ ਲਾ ਦੇਣਾ ਹੈ, ਇਹ ਕਦੀ ਵੀ ਜਸਟੀਫਾਈਬਲ ਨਹੀਂ ਹੈ। ਦੇਖੋ, ਗੁਰੂ ਸਾਹਿਬ ਦੀ ਜਿਹੜੀ ਗੱਲ ਹੈਗੀ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਸ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਤੁਸੀਂ ਤਲਵਾਰ ਤਾਂ ਹੀ ਕੱਢਣੀ ਹੈ ਜਦੋਂ ਸਾਰੇ ਹੋਰ ਹੀਲੇ ਮੁੱਕ ਗਏ। ਹੁਣ ਤੁਸੀਂ ਪਹਿਲਾਂ ਹੀ ਤੁਸੀਂ ਕੱਢ ਕੇ ਤੇ ਤੁਸੀਂ ਸੌਦਾ ਲਾਣਾ ਸ਼ੁਰੂ ਕਰਦੇ ਹੋ, ਇਹ ਤੇ ਗੁਰੂ ਦੀ ਗੱਲ ਦੀ ਉਲੰਘਣਾ ਤੁਸੀਂ ਕਰ ਰਹੇ ਹੋ। ਤੇ ਗੁਰੂ ਤੇ ਦੇਖੋ, ਧੌਲ ਧਰਮ ਦਇਆ ਕਾ ਪੂਤ, ਧਰਮ ਵੀ ਜਿਹੜਾ ਹੈਗਾ ਉਹ ਦਇਆ ਦਾ ਪੁੱਤ ਹੈ। ਸਾਡੇ ਵਿੱਚ ਦਇਆ ਹੋਣੀ ਚਾਹੀਦੀ ਹੈ। ਵਾਰੀਅਰਸ ਦਾ ਜ਼ਿਕਰ ਕਰ ਰਹੇ ਹੋ, ਫਾਈਟਰਸ ਔਰ ਵਾਰੀਅਰਸ ਦੇ ਵਿੱਚ ਉਹੀ ਗੱਲ ਮੈਂ ਇੱਥੇ ਲਿਆਉਣ ਲੱਗਾ ਸੀਗਾ ਕਿ ਅਸੀਂ ਕੀ ਪੇਸ਼ ਕਰ ਰਹੇ ਹਾਂ ਕਿ ਅਸੀਂ ਫਾਈਟਰ ਬਣ ਗਏ ਹਾਂ, ਅਸੀਂ ਵਾਰੀਅਰਸ ਹਾਂ। ਤੇ ਵਾਰੀਅਰ ਦਾ ਕੰਮ ਜਿਹੜਾ ਹੈਗਾ, ਵਾਰੀਅਰ ਇਜ਼ ਟ੍ਰੇਨਡ ਨਾਟ ਟੂ ਫਾਈਟ। ਇਹ ਸਮਝ ਲਓ ਗੱਲ, ਉਹ ਸਿਰਫ ਫਾਈਟ ਕਰੇਗਾ ਜਾਂ ਆਪਣੀ ਤਲਵਾਰ ਕੱਢੇਗਾ ਅਖੀਰੀ ਆ ਕੇ, ਮਤਲਬ ਉਹ ਪੂਰੀ ਆਪਣੀ ਕੋਸ਼ਿਸ਼ ਕਰੇਗਾ ਕਿ ਵੀ ਮੈਂ ਲੜਾਈ ਨਾ ਕਰਾਂ। ਠੀਕ ਹੈ, ਇਹ ਗੁਰੂ ਸਾਹਿਬ ਦਾ ਵੀ ਸਾਨੂੰ ਸੰਦੇਸ਼ ਸੀਗਾ। ਠੀਕ ਹੈ ਨਾ। ਪਰ ਅਸੀਂ ਜਿੱਥੇ ਵੀ ਜਾ ਰਹੇ ਹਾਂ, ਅਸੀਂ ਸਿੱਧਾ ਹੀ ਕਰਕੇ ਜੀ ਇਹਨੂੰ ਕੁੱਟ ਦਿਓ, ਇਹਨੂੰ ਮਾਰ ਦਿਓ। ਠੀਕ ਹੈ, ਅਗਰ ਕੋਈ ਗਲਤੀ ਹੋਈ ਹੈ ਕਿਸੇ ਨਾਲ, ਤੁਸੀਂ 295 ਦਾ ਪਰਚਾ ਹੈਗਾ, ਤੁਸੀਂ ਉਹ ਦਰਜ ਕਰਾਓ। ਮੇਕ ਸ਼ੋਰ ਕਿ ਵੀ ਉਹ ਬੰਦੇ ਜਿਹੜੇ ਨੇ ਉਹ ਜੇਲਾਂ 'ਚ ਸੜਨ, ਉੱਥੇ ਉਹਨਾਂ ਨੂੰ ਤਕਲੀਫਾਂ ਹੋਣ, ਬਾਕੀ ਸੰਗਤ ਨੂੰ ਵੀ ਪਤਾ ਲੱਗੇ ਕਿ ਭਾਈ ਆਹ ਕੰਮ ਹੋ ਸਕਦਾ ਹੈ। ਹੁਣ ਤੁਸੀਂ ਕਹੋ ਕਿ ਨਹੀਂ, ਸੰਗਤ ਨੂੰ ਤਾਂ ਅਸੀਂ ਏਦਾਂ ਹੀ ਕਰਾਂਗੇ ਕਿ ਅਸੀਂ ਸੌਦਾ ਲਾ ਦਾਂਗੇ ਤੇ ਫਿਰ ਦੇਖਾਂਗੇ ਕਿ ਵੀ ਕਿਹੜਾ ਇੱਥੇ ਆਉਂਦਾ ਹੈ ਤੇ ਕਿਹੜਾ ਨਹੀਂ ਕਰਦਾ। ਮੇਰਾ ਖਿਆਲ ਹੈ ਕਿ ਇਹ ਸਿੱਖੀ ਪਰੰਪਰਾਵਾਂ ਤੇ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਹੈ। ਠੀਕ ਹੈ। ਚਲੋ, ਮੈਂ ਦਾਦੂਵਾਲ ਸਾਹਿਬ ਵੀ ਬੈਠੇ ਨੇ, ਮੈਂ ਦਾਦੂਵਾਲ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਾਂ, ਫਿਰ ਨਿਆਬੀਆ ਸਾਹਿਬ ਕੋਲੇ ਜਾਣਾ। ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਗੱਲ ਥੋੜੀ ਛੋਟੀ ਰੱਖੀਏ ਕਿਉਂਕਿ ਕਾਫੀ ਸਾਰੇ ਪੁਆਇੰਟਸ ਨੇ ਜਿਹੜੇ ਡਿਸਕਸ ਕਰਨ ਵਾਲੇ ਨੇ। ਦਾਦੂਵਾਲ ਸਾਹਿਬ ਦੇਖੋ, ਬਰਾੜ ਸਾਹਿਬ, ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜੇਕਰ 2015 ਤੋਂ ਹੁਣ ਤੱਕ ਲੈ ਲਈਏ ਤਾਂ ਤਕਰੀਬਨ ਘਟਨਾਵਾਂ ਦੇ ਵਿੱਚ ਜਸਟਿਸ ਨਹੀਂ ਹੋਇਆ, ਇਨਸਾਫ ਨਹੀਂ ਮਿਲਿਆ, ਜਿਸ ਕਰਕੇ ਇੱਕ ਰੋਸ ਦੀ, ਗੁੱਸੇ ਦੀ ਲਹਿਰ ਆ ਸਿੱਖ ਸੰਗਤਾਂ ਦੇ ਅੰਦਰ। ਠੀਕ ਹੈ। ਬਹੁਤ ਸਾਰੀਆਂ ਥਾਵਾਂ ਤੇ ਦੋਸ਼ੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ, ਪਰ ਚੰਦ ਦਿਨਾਂ ਬਾਅਦ ਹੀ ਦੋਸ਼ੀ ਜ਼ਮਾਨਤਾਂ ਲੈ ਕੇ ਬਾਹਰ ਆ ਗਏ ਤੇ ਉਹਨਾਂ ਨੂੰ ਸੁਰੱਖਿਆ ਗਾਰਡ ਮਿਲ ਗਏ। ਇਹੋ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਸੰਗਤਾਂ 'ਚ ਰੋਹ ਜਾਗਿਆ ਤੇ ਤਾਂ ਜਿਹੜੀਆਂ ਇੱਕਾ ਦੁੱਕਾ ਦੋ ਕਥਾਈ ਘਟਨਾਵਾਂ ਹੋਈਆਂ ਸੌਦਾ ਲਾਉਣ ਦੀਆਂ, ਉਹ ਤਾਂ ਉਹਨਾਂ ਦੇ ਮਨ 'ਚ ਆਇਆ ਕਿ ਬੇਅਦਬੀ ਕਰਨ ਵਾਲਿਆਂ 'ਚ ਡਰ ਪੈਦਾ ਹੋ ਜਾਵੇ, ਸਹਿਮ ਪੈਦਾ ਹੋ ਜਾਵੇ ਵੀ ਹੁਣ ਸਾਨੂੰ ਪੁਲਿਸ ਦੇ ਹਵਾਲੇ ਨਹੀਂ ਕਰਨਾ, ਸਿੱਧਾ ਸੌਦਾ ਹੀ ਲੱਗ ਜਾਣਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਇੱਕ ਸੱਭਿਅਕ ਸਮਾਜ ਵਿੱਚ ਰਹਿੰਦੇ ਹਾਂ, ਜਿਸ ਧਰਤੀ ਤੇ, ਜਿਸ ਦੇਸ਼ ਵਿੱਚ, ਉੱਥੇ ਕੁਝ ਕਾਇਦੇ ਕਾਨੂੰਨ ਆ। ਠੀਕ ਹੈ। ਉਹਨਾਂ ਕਾਇਦੇ ਕਾਨੂੰਨਾਂ ਨੂੰ ਮੰਨਣਾ ਸਾਡਾ ਫਰਜ਼ ਹੈ। ਅੱਜ 18ਵੀਂ ਸਦੀ ਵਾਲਾ ਇਤਿਹਾਸ ਜਿਹੜਾ ਆਪਾਂ ਉਹਦੀ ਜ਼ਿਕਰ ਕਰਦੇ ਹਾਂ, ਉਦੋਂ ਦੀਆਂ ਗੱਲਾਂ ਕਰਦੇ ਹਾਂ ਜੀ। ਅੱਜ 21ਵੀਂ ਸਦੀ ਆ। 21ਵੀਂ ਸਦੀ ਦੇ ਅੰਦਰ ਅਸੀਂ ਜਦੋਂ ਕੋਈ ਵੀ ਘਟਨਾ ਕਰਦੇ ਹਾਂ, ਉਹ ਵਰਲਡ ਲੈਵਲ ਤੇ ਮਿੰਟਾਂ ਸਕਿੰਟਾਂ 'ਚ ਜਾਂਦੀ ਆ ਤੇ ਸਾਡਾ ਜਿਹੜਾ ਚਿਹਰਾ
ਉਹ ਕਿਸ ਤਰ੍ਹਾਂ ਪੇਸ਼ ਹੁੰਦਾ ਦੂਸਰੇ ਦੇਸ਼ਾਂ ਦੇ ਅੰਦਰ। ਮੈਨੂੰ ਕੱਲ ਜਰਮਨ ਤੋਂ ਇੱਕ ਇੰਟੈਲੈਕਚੁਅਲ ਦਾ ਫੋਨ ਆ ਰਿਹਾ ਸੀ, ਉਹ ਕਹਿੰਦਾ ਵੀ ਜਦੋਂ ਇਹੋ ਜੀ ਘਟਨਾ ਕੋਈ ਸਾਹਮਣੇ ਆਉਂਦੀ ਤੇ ਵਿਦੇਸ਼ਾਂ ਦੇ ਅੰਦਰ ਜਿੱਥੇ ਅਸੀਂ ਇਹ ਦੱਸਦੇ ਹਾਂ ਵੀ ਸਿੱਖ ਬੜੇ ਸ਼ਾਂਤੀ ਪ੍ਰਿਯ ਆ, ਸਰਬੱਤ ਦਾ ਭਲਾ ਮੰਗਦੇ ਆ, ਸਾਂਝੀਵਾਲਤਾ ਦੀ ਗੱਲ ਆ, ਪਿਆਰ ਸਤਿਕਾਰ ਦੀ ਗੱਲ ਆ, ਇੱਥੇ ਦੁਸ਼ਮਣ ਨੂੰ ਵੀ ਗਲ ਲਾਇਆ ਜਾਂਦਾ ਵਾ, ਤਾਂ ਉਹ ਕਹਿੰਦੇ ਜਦੋਂ ਇਹੋ ਜੀ ਘਟਨਾ ਆਉਂਦੀ ਆ ਤੇ ਸਾਡਾ ਜਿਹੜਾ ਚਿਹਰਾ ਅਕਸ ਆ ਉਹ ਹੋਰ ਤਰ੍ਹਾਂ ਦਾ ਜਾਂਦਾ। ਮੈਂ ਕਹਿਣਾ ਚਾਹੁੰਦਾ ਇਹੋ ਜੀ ਘਟਨਾ ਨੂੰ ਕਦੇ ਵੀ ਅਸੀਂ ਜਸਟੀਫਾਈ ਅੱਜ ਦੇ ਸਮੇਂ 'ਚ ਨਹੀਂ ਕਰ ਸਕਦੇ ਕਿ ਮੌਕੇ ਤੇ ਸੋਧਾ ਲਾ ਦਿਓ, ਪਰ ਉਹਦਾ ਇੱਕ ਹੋਰ ਸਾਨੂੰ ਦਿੱਕਤ ਇਹ ਵੀ ਆਉਂਦੀ ਆ ਬਰਾੜ ਸਾਹਿਬ ਕਿ ਕਈ ਵਾਰ ਜੇ ਕੋਈ ਵੱਡੀ ਸਾਜ਼ਿਸ਼ ਆ ਤੇ ਉਹ ਸਾਜ਼ਿਸ਼ ਦਾ ਸੁਰਾਗ ਖਤਮ ਹੋ ਜਾਂਦਾ। ਬਿਲਕੁਲ ਠੀਕ ਹੈ। ਉਸ ਵੇਲੇ ਜਦੋਂ ਇਹੋ ਜੀ ਘਟਨਾ ਕਰ ਦਿੰਦੇ ਆ ਉਹਦੀ ਪਿਛਲੀ ਫਿਰ ਸਾਜ਼ਿਸ਼ ਜਦੋਂ ਮੌਕੇ ਤੇ ਦੋਸ਼ੀ ਦਾ ਅੰਤ ਕਰਤਾ, ਫਿਰ ਪਤਾ ਕੀ ਚੱਲਣਾ ਵੀ ਉਹਦੇ ਪਿੱਛੇ ਕੀ ਸੀ। ਦਰਬਾਰ ਸਾਹਿਬ ਦੇ ਵਿੱਚ ਗੈਲਰੀ ਟੱਪ ਕੇ ਦੋਸ਼ੀ ਦਾਖਲ ਹੋਇਆ, ਸੰਗਤਾਂ ਨਹੀਂ ਪਤਾ ਚੱਲਿਆ ਸੀ, ਮੌਕੇ ਤੇ ਸੋਧਾ ਲੱਗ ਗਿਆ, ਸੁਰਾਗ ਨਿਕਲਿਆ ਹੀ ਨਹੀਂ ਕਿ ਕਾਰਨ ਕੌਣ ਸੀ। ਪਰ ਦੂਸਰੇ ਪਾਸੇ ਇਹ ਤਾਂ ਹੋਇਆ ਕਿ ਜਿਹੜੇ ਸੁਰਾਗ ਨਿਕਲੇ 2015 ਵਾਲੀ ਘਟਨਾ ਦਾ ਸੁਰਾਗ ਨਿਕਲਿਆ ਕਿ ਮੁੱਖ ਸਾਜ਼ਿਸ਼ ਘਾੜਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਆ। ਪੁਲਿਸ ਨੇ ਚਲਾਨ ਪੇਸ਼ ਕੀਤਾ ਕੋਰਟ ਵਿੱਚ ਕਿ ਉਹਦੇ ਪੈਰੋਕਾਰ ਆ ਤੇ ਸਾਜ਼ਿਸ਼ ਡੇਰੇ 'ਚ ਘੜੀ ਗਈ, ਤੇ ਅੱਜ ਤੱਕ ਉਸ ਡੇਰਾ ਮੁਖੀ ਨੂੰ ਪੰਜਾਬ ਵਿੱਚ ਪ੍ਰੋਟੈਕਸ਼ਨ ਵਾਰੰਟ, ਉਹ ਜੇਲ੍ਹ ਵਿੱਚ ਆ, ਪ੍ਰੋਟੈਕਸ਼ਨ ਵਾਰੰਟ ਤੇ ਨਹੀਂ ਲਿਆ ਸਕੀ ਕੋਈ ਵੀ ਸਰਕਾਰ। ਜਦੋਂ ਸਰਕਾਰ ਨੇ ਲਿਆਉਣ ਦਾ ਮਾੜਾ ਮੋਟਾ ਕਿਸੇ ਨੇ ਯਤਨ ਕੀਤਾ ਤੇ ਵਿਚਾਲੇ ਕੋਰਟ ਖੜ ਗਈ, ਅਦਾਲਤ ਖੜ ਗਈ ਵਿਚਾਲੇ ਕਿ ਜਿਹੜੀ ਪੁੱਛਗਿੱਛ ਕਰਨੀ ਹੈ ਇੱਥੇ ਜੇਲ੍ਹ 'ਚ ਹੀ ਕਰ ਲਓ ਭਾਈ। ਹੁਣ ਤੁਹਾਨੂੰ ਪਤਾ ਵੀ ਜੇਲ੍ਹ ਦੇ ਵਿੱਚ ਏਡੇ ਸੇਫ ਥਾਂ ਤੇ ਕਦੋਂ ਦੋਸ਼ੀ ਦੋਸ਼ ਮੰਨਦਾ, ਉਹਨੂੰ ਤਾਂ ਜਦੋਂ ਡਰ ਹੋਊ, ਭੈ ਪੈਦਾ ਹੋਊ ਕਿਸੇ ਸੀਏ ਸਟਾਫ 'ਚ, ਕਿਸੇ ਪੁਲਿਸ ਥਾਣੇ ਦੇ ਵਿੱਚ, ਤਾਂ ਫਿਰ ਉਹ ਸਾਰੀ ਗੱਲ ਜਿਹੜੀ ਆ ਉਹ ਸਾਹਮਣੇ ਰੱਖੂਗਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਇਸ ਗੱਲ ਲਈ ਵੀ ਜ਼ਿੰਮੇਵਾਰ ਆ ਕਿ ਜਸਟਿਸ ਨਹੀਂ ਹੋਇਆ, ਇਸ ਕਰਕੇ ਸੰਗਤਾਂ ਦਾ ਰੋਹ ਭੜਕਿਆ ਤੇ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ। ਚਲੋ ਮੈਂ ਆ ਰਿਹਾ ਦੁਬਾਰੇ। ਨਿਆਮੀਆਂ ਜੀ ਬੈਠੇ ਨੇ। ਨਿਆਮੀਆਂ ਜੀ, ਤੁਸੀਂ ਬਤੌਰ ਜਰਨਲਿਸਟ ਔਰ ਬਤੌਰ ਇੱਕ ਸਿੱਖ ਕਿਵੇਂ ਇਹਨਾਂ ਚੀਜ਼ਾਂ ਨੂੰ ਦੇਖਦੇ? ਆਪਾਂ ਵੈਸੇ ਬਹੁਤ ਵਾਰ ਇਹ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ, ਪਰ ਲਗਾਤਾਰ ਇਸ ਤਰੀਕੇ ਨਾਲ ਘਟਨਾਵਾਂ ਦਾ ਹੋਣਾ ਔਰ ਫਿਰ ਉਹਨਾਂ ਘਟਨਾਵਾਂ ਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਣਾ, ਡੀਲ ਕੀਤਾ ਜਾਣਾ, ਕਿਵੇਂ ਦੇਖਦੇ ਹੋ ਦੋਨੋਂ ਆਸਪੈਕਟ ਨੂੰ? ਬਰਾੜ ਸਾਹਿਬ, ਮੇਰਾ ਇਹ ਮੰਨਣਾ ਹੈ ਨਿੱਜੀ ਤੌਰ ਤੇ ਕਿ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਕਿਸੇ ਵੀ ਵਿਅਕਤੀ ਦਾ ਜਿਹੜਾ ਧਰਮ ਹੈ ਨਾ ਜੀ, ਉਹਦੇ ਪ੍ਰਤੀ ਉਹਦਾ ਜਿਹੜਾ ਰਵੱਈਆ ਹੈ ਜਾਂ ਜਿਹੜਾ ਅਕੀਦਾ ਹੈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦਾ। ਠੀਕ ਹੈ। ਤੇ ਜੇਕਰ ਕਿਸੇ ਨੂੰ ਇੱਕਦਮ ਕਿਸੇ ਵੱਡੀ ਗਿਣਤੀ ਵਿੱਚ ਕਿਸੇ ਫਿਰਕੇ ਨੂੰ ਪ੍ਰਭਾਵਿਤ ਕਰਨਾ ਹੋਵੇ ਤਾਂ ਉਹਦੇ ਧਰਮ ਤੇ ਅਟੈਕ ਕਰੋ, ਤਾਂ ਉਹ ਜਾਂ ਇਕੱਠੇ ਹੋ ਜਾਣਗੇ ਜਾਂ ਆਪਣਾ ਬਚਾਓ ਕਰਨਗੇ ਕਿਸੇ ਤਰੀਕੇ ਨਾਲ ਵੀ। ਸੋ ਮੈਨੂੰ ਇਹ ਲੱਗਦਾ ਕਿ ਆ ਜੋ ਕੁਝ ਹੋ ਰਿਹਾ ਹੈ ਜੀ, ਇਹ ਅਚਾਨਕ ਨਹੀਂ ਹੋ ਰਿਹਾ। ਇਹ ਅਚਾਨਕ ਹੀ ਨਹੀਂ ਹੋਣ ਲੱਗ ਗਿਆ ਵੀ ਚਲੋ ਜੀ ਬੰਦਾ ਦਿਮਾਗੀ ਤੌਰ ਤੇ ਖਰਾਬ ਸੀ, ਮਾਨਸਿਕ ਤੌਰ ਤੇ ਖਰਾਬ ਸੀ ਤਾਂ ਕਰਕੇ ਹੋ ਗਿਆ। ਇਹ ਅਚਾਨਕ ਹੀ ਨਹੀਂ ਹੋਇਆ। ਇਹਦੇ ਪਿੱਛੇ ਇੱਕ ਬਕਾਇਦਾ ਕੋਈ ਸ਼ਕਤੀ ਕੰਮ ਕਰਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਜਾਂ ਪੂਰੀ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਬੈਠੇ ਨੇ ਉਹਨਾਂ ਦੇ ਮਨਾਂ 'ਚ ਅਸ਼ਾਂਤੀ ਅਤੇ ਆਪਸੀ ਭਾਈਚਾਰਾ ਜਿਹਨਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ। ਠੀਕ ਹੈ। ਹੁਣ ਆਮ ਤੌਰ ਤੇ ਅਸੀਂ ਇਹ ਕਹਿੰਦੇ ਆ ਜਦੋਂ ਬੰਦਾ ਫੜਿਆ ਜਾਂਦਾ, ਮੇਰੇ ਤੋਂ ਪਹਿਲਾਂ ਬੁਲਾਰੇ ਨੇ ਵੀ ਇਹ ਗੱਲ ਦੱਸ ਲਈ ਵੀ ਇਹ ਜੀ ਦਿਮਾਗੀ ਤੌਰ ਤੇ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਸੀ। ਇਹ ਮਾਨਸਿਕ ਸੰਤੁਲਨ ਕੇਵਲ ਤੇ ਕੇਵਲ ਸਿੱਖ ਧਰਮ ਨਾਲ ਸੰਬੰਧਿਤ ਸਥਾਨਾਂ ਵਿੱਚ ਜਾਂ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥਾਂ ਦੇ ਪ੍ਰਤੀ ਹੀ ਕਿਉਂ ਵਿਗੜਦਾ ਹੈ? ਸਿੱਖਾਂ ਨੂੰ ਮੰਨਿਆ ਜਾਂਦਾ ਹੈ, ਜਿਵੇਂ ਦਾਦੂਵਾਲ ਸਾਹਿਬ ਕਹਿ ਰਹੇ ਸੀ ਕਿ ਸਿੱਖ ਜਿਹੜੇ ਨੇ ਬੜੇ ਸੰਵੇਦਨਸ਼ੀਲ ਨੇ ਔਰ ਰਹਿਮ ਦਿਲ ਵੀ ਬਹੁਤ ਨੇ, ਕਿਉਂਕਿ ਕਿਤੇ ਵੀ ਕੋਈ ਉਹ ਹੋਵੇ ਇਹ ਪਹਿਲਾਂ ਭੱਜਦੇ ਨੇ ਉਹਨਾਂ ਦੀ ਜਾਨ ਬਚਾਉਣ ਵਾਸਤੇ, ਲੰਗਰ ਲਾਉਣ ਵਾਸਤੇ। ਠੀਕ ਹੈ। ਤੇ ਇਹ ਇੱਕ ਪਰਖ ਹੋ ਰਹੀ ਹੈ, ਮੈਨੂੰ ਇਹ ਲੱਗਦਾ ਉਹਦੇ ਵਿੱਚ ਵੀ ਮੈਂ ਦਾਦੂਵਾਲ ਸਾਹਿਬ ਦੀ ਗੱਲ ਨੂੰ ਬੜੀ ਕਰਦਾ ਕਿਉਂਕਿ ਹੁਣ ਤੱਕ ਜੋ ਬੇਅਦਬੀਆਂ ਹੋਈਆਂ ਨੇ, ਚਾਹੇ ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਜੀ ਜਿਸ ਮਰਜ਼ੀ ਦੇ ਸਮੇਂ ਵਿੱਚ ਕੋਈ ਬੇਅਦਬੀ ਹੋਈ ਹੋਵੇ, ਅਜੇ ਤੱਕ ਕਿਸੇ ਦਾ ਵੀ ਕੋਈ ਖੁਰਾ ਖੋਜ ਮਾੜਾ ਮੋਟਾ ਜੇ ਲੱਭਿਆ ਹੈ, ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਕਿਸੇ ਨੂੰ ਸਜ਼ਾ ਨਹੀਂ ਮਿਲੀ। ਇਸ ਕਰਕੇ ਸਾਡੇ ਵਿੱਚ ਜਿਹੜੀ ਉਹ ਗੁੱਸਾ ਉਹ ਵੱਧਦਾ ਰਹਿੰਦਾ, ਉਹ ਇੰਨਾ ਜ਼ਿਆਦਾ ਵੱਧ ਜਾਂਦਾ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਬੰਦਾ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ। ਆਪਣੇ ਗੁਰੂ ਦੇ ਪ੍ਰਤੀ ਜੇ ਗੁਰੂ ਦਾ ਜੇ ਜੀਵੇ ਪੱਗ ਲੱਥੀ ਜਾਏ
ਸਭ ਹਰਾਮ ਜੇਤਾ ਕਿ ਸਿਖਾਏ, ਤੇ ਹੋਰ ਅਨੇਕਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੇ ਵੀ ਜਿੱਥੇ ਤੁਹਾਡੇ ਗੁਰੂ ਦੀ ਬੇਪਤੀ ਹੁੰਦੀ ਹੋਵੇ ਤੁਹਾਡਾ ਜਿਉਣਾ ਹਰਾਮ ਹੈ। ਫਿਰ ਤੁਸੀਂ ਕਿਸ ਬਾਤ ਤੇ ਹੋ ਜੇ ਤੁਹਾਡੇ ਗੁਰੂ ਦੀ ਬੇਇੱਜ਼ਤੀ ਹੁੰਦੀ। ਇਸ ਕਰਕੇ ਲੋਕ ਭਾਵੁਕਤਾ ਵਿੱਚ ਆ ਕੇ ਇਹ ਕੰਮ ਕਰ ਲੈਂਦੇ ਨੇ, ਸੋਧਾ ਲਾਉਣਾ ਜਾਂ ਕੁਝ ਹੋਰ, ਜੇ ਮਾਰ ਕੁਟਾਈ ਕਰਨੀ, ਚਲੋ ਮਾਰ ਕੁਟਾਈ ਤੱਕ ਤਾਂ ਉਹਦਾ ਗੁੱਸਾ ਨਿਕਲ ਗਿਆ। ਜੇ ਬੰਦੇ ਨੂੰ ਮਾਰ ਕੇ ਮੁਕਾਏ ਦੇਣਾ ਤਾਂ ਸਾਨੂੰ ਪਤਾ ਕਿਵੇਂ ਲੱਗੂਗਾ ਭਾਈ ਇਹ ਕਿਹਨੇ ਭੇਜਿਆ ਸੀ, ਕੀ ਇਹਨੇ ਕਰਨਾ ਸੀ, ਇਰਾਦੇ ਕੀ ਸੀ। ਸੋ ਮੈਂ ਇੱਥੋਂ ਤੱਕ ਤਾਂ ਜਾਇਜ਼ ਹੈ, ਜੇ ਕੋਈ ਬੰਦਾ ਐਸਾ ਕੰਮ ਕਰਦਾ ਫੜਿਆ ਜਾਂਦਾ, ਵਕਤੀ ਤੌਰ ਤੇ ਗੁੱਸਾ ਹੁੰਦਾ ਹਰੇਕ ਨੂੰ ਵੀ ਇਹਨੇ ਜੇ ਸਾਡੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾਊਗਾ ਤਾਂ ਅਸੀਂ ਉਹਨੂੰ ਘਿਓ ਨਾਲ ਰੋਟੀ ਨਹੀਂ ਦੇਵਾਂਗੇ, ਅਸੀਂ ਉਦੋਂ ਥਪੜਾਵਾਂਗੇ, ਕੁੱਟਾਂਗੇ, ਮਾਰਾਂਗੇ। ਇੱਥੋਂ ਤੱਕ ਤਾਂ ਚਲੋ ਮਾਰ ਕਟਾਈ ਕਰਨ ਦੀ ਧੌਰ ਧੱਫਾ ਕਰ ਲਿਆ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਕਿ ਬੰਦੇ ਨੂੰ ਜਿਹੜੀਆਂ ਜਾਂਚ ਸੀ ਉਹਨਾਂ ਦੇ। ਪਰ ਹੁਣ ਇੱਥੇ ਇੱਕ ਅਪਵਾਦ ਹੈ ਜੀ ਬਰਾੜ ਸਾਹਿਬ, ਉਹ ਅਪਵਾਦ ਇਹ ਹੈ ਕਿ ਹੁਣ ਤੱਕ ਜਿੰਨੇ ਵੀ ਬੰਦੇ ਫੜ ਕੇ ਏਜੰਸੀਆਂ ਦੇ ਹਵਾਲੇ ਕੀਤੇ ਨੇ ਉਹਨਾਂ ਦੇ ਵਿੱਚ ਕੋਈ ਜਾਂਚ ਅੱਗੇ ਨਹੀਂ ਚੱਲੀ। ਇਸ ਕਰਕੇ ਲੋਕ ਮੇਰੇ ਨਾਲ ਕਈ ਵਾਰ ਬਹਿਸ ਵੀ ਹੋ ਜਾਂਦੀ ਹੈ ਕਈ ਬੰਦਿਆਂ ਨਾਲ, ਜਾਣਕਾਰਾਂ ਨਾਲ, ਨਿਹੰਗ ਸਿੰਘ ਜਥੇਬੰਦੀਆਂ ਨਾਲ ਜਾਂ ਹੋਰ ਜਿਹੜੇ ਗਰਮ ਖਿਆਲੀ ਨੇ, ਉਹ ਕਹਿੰਦੇ ਵੀ ਕੌਮ ਮਾਰ ਕੇ ਟੰਗਣਾ ਹੀ ਪੈਂਦਾ ਤਾਂ ਹੀ ਦੂਏ ਕੌਮ ਹਟਦੇ ਨੇ। ਤਾਂ ਮੈਂ ਭਾਵੇਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਪਰ ਇਹ ਉਹਨਾਂ ਦੀ ਭਾਵਨਾ ਹੈ ਜਿਸ ਕਰਕੇ ਹੁੰਦਾ। ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਮੈਂ ਕੱਲ ਦਰਬਾਰ ਸਾਹਿਬ ਗਿਆ ਸੀ, ਉੱਥੇ ਬਹੁਤ ਵੱਡੀ ਗਿਣਤੀ ਵਿੱਚ ਦੱਖਣੀ ਭਾਰਤ ਤੋਂ, ਕੁਝ ਕੇਰਲਾ ਤੋਂ, ਕੁਝ ਹੈਦਰਾਬਾਦ ਤੋਂ, ਮਤਲਬ ਕੁਝ ਕਰਨਾਟਕਾ ਤੋਂ ਸੰਗਤ ਇੰਨੀ ਜ਼ਿਆਦਾ ਗਿਣਤੀ ਵਿੱਚ ਆਈ ਹੋਈ ਸੀ। ਉਹ ਇੱਕ ਮਾਈ ਨੂੰ ਪਿਆਸ ਲੱਗੀ, ਅਸੀਂ ਡਿਊਟੀ ਦੇ ਅੰਦਰ ਸੀ, ਉਹਨੇ ਪਾਣੀ ਪੀਤਾ, ਪੀ ਕੇ ਉਹ ਜਿਹੜੀ ਬਾਟੀ ਦਾ ਬਚਿਆ ਪਾਣੀ ਉਹਨੇ ਸਰੋਵਰ ਵੱਲ ਡੋਲਤਾ। ਇਹ ਇੱਕ ਬਹੁਤ ਵੱਡਾ ਮਸਲਾ ਬਣ ਸਕਦਾ ਸੀ, ਪਰ ਉਹ ਸੇਵਾਦਾਰ ਦੀ ਸਿਆਣਪ ਸੀ ਕਿ ਉਹ ਜਿਹੜਾ ਪਾਣੀ ਸੀ ਉਹ ਕਿਸ਼ਤੀ ਵਿੱਚ ਡੁੱਲਿਆ। ਉਹਨੇ ਉਸ ਨੂੰ ਸੰਭਾਲਿਆ, ਕਹਿੰਦਾ ਮਾਈ ਇਹ ਸਾਡਾ ਧਾਰਮਿਕ ਚੀਜ਼ ਹੈ ਨਾ ਸੀ। ਉਹ ਕਹਿੰਦੀ ਜੀ ਠੀਕ ਹੈ, ਮੈਂ ਅੱਗੇ ਤੋਂ ਨਹੀਂ ਕਰਦੀ। ਅੱਗੇ ਅਸੀਂ ਦਰਬਾਰ ਸਾਹਿਬ ਦੇ ਮੱਥਾ ਟੇਕ ਕੇ ਬਾਹਰ ਨਿਕਲ ਕੇ ਛੋਟੇ ਬੱਚੇ ਨੇ ਪਾਣੀ ਪੀ ਕੇ ਬੋਤਲ ਆਪਣੀ ਸਰੋਵਰ ਦੇ ਵਿੱਚ ਡੋਲਤੀ। ਇਹ ਹੁਣ ਗੱਲ ਇਹ ਹੈ, ਹੁਣ ਕੱਲੇ ਬੰਦੇ ਨੂੰ ਅਸੀਂ ਕਿਵੇਂ ਸਮਝਾਵਾਂਗੇ ਸਾਡਾ ਧਰਮ ਇਹ ਹੈ। ਸਾਨੂੰ ਪਤਾ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਜਾਈਏ, ਸਾਨੂੰ ਪਤਾ ਉੱਥੇ ਕੀ ਪ੍ਰੋਟੋਕੋਲ ਹੁੰਦਾ, ਅਸੀਂ ਪੂਰਾ ਧਿਆਨ ਰੱਖਦੇ ਹਾਂ। ਤੇ ਜੇ ਕੋਈ ਬਾਹਰੋਂ ਆ ਕੇ ਇਸ ਤਰ੍ਹਾਂ ਕਰੇ, ਸਾਡੇ ਧਰਮ ਦੀ ਬੇਅਦਬੀ ਕਰੇ ਜਾਂ ਕਿਸੇ ਤਰੀਕੇ ਨਾਲ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੇ, ਕਿ ਉਹਨਾਂ ਨੂੰ ਨਹੀਂ ਪਤਾ ਸਿੱਖ ਧਰਮ ਵਿੱਚ ਕੀ ਕੁਛ ਹੈ, ਸਾਡਾ ਪ੍ਰੋਟੋਕੋਲ ਕੀ ਹੈ। ਪਤਾ ਜਿਹੜਾ ਬੰਦਾ ਆਉਂਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ, ਅਸੀਂ ਕੱਲੇ ਥੋੜਾ ਸਮਝਾ ਸਕਦੇ। ਪਰ ਇਹਦੇ ਚ ਜ਼ਿੰਮੇਵਾਰੀਆਂ ਵੀ ਬਹੁਤ ਬਣ ਜਾਂਦੀਆਂ ਗੁਰਪ੍ਰੀਤ ਜੀ। ਮੈਂ ਇਹਦੇ ਨਾਲ ਹੀ ਜਿਹੜੀ ਗੱਲ ਨਿਆਮੀਆਂ ਜੀ ਨੇ ਕੀਤੀ ਹੈ ਕਾਫੀ ਵਿਸਤਾਰ ਦੇ ਵਿੱਚ ਹੈ, ਮੈਂ ਇਹਦੇ ਨਾਲ ਹੀ ਇੱਕ ਚੀਜ਼ ਜੋੜਨੀ ਚਾਹੂੰਗਾ ਕਿ ਜੇ ਆਪਾਂ ਕਿਸੇ ਵੀ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਨੇ ਆ, ਹਰ ਕੋਈ ਬੰਦਾ ਕਿਸੇ ਦਿਨ ਮੈਂਟਲੀ ਅਪਸੈਟ ਹੋ ਜਾਂਦਾ ਹੈ, ਕਿਸੇ ਚੀਜ਼ ਨੂੰ ਲੈ ਕੇ ਤੁਹਾਨੂੰ ਟੈਨਸ਼ਨਾਂ ਹੋ ਜਾਂਦੀਆਂ। ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਹੈ। ਫੋਰ ਐਗਜ਼ਾਮਪਲ ਅਸੀਂ ਕੰਮ ਕਰਦੇ ਹਾਂ, ਹੋ ਸਕਦਾ ਮੈਂ ਵੀ ਜਦੋਂ 10 ਵਜੇ ਫ੍ਰੀ ਹੋਵਾਂ ਤਾਂ ਇੱਕਦਮ ਲੱਗਦਾ ਕਿ ਯਾਰ ਥੋੜਾ ਮੈਂਟਲੀ ਤੁਸੀਂ ਥੱਕ ਗਏ, ਤਾਂ ਆਪਾਂ ਗੁਰੂ ਘਰ ਜਾਂਦੇ ਆ, ਗੁਰੂ ਦੇ ਅਸਥਾਨ ਤੇ ਜਾਂਦੇ ਆ, ਉੱਥੇ ਥੋੜੀ ਦੇਰ ਬੈਠਦੇ ਆ, ਕੀਰਤਨ ਸੁਣਦੇ ਆ, ਤਾਂ ਤੁਹਾਨੂੰ ਇੱਕ ਰਿਲੈਕਸੇਸ਼ਨ ਮਿਲਦੀ ਹੈ। ਜੇ ਆਮ ਬੰਦਾ ਵੀ ਥੱਕ ਜਾਂਦਾ ਹੈ, ਜਿਹੜਾ ਬੰਦਾ ਮੈਂਟਲੀ ਅਪਸੈਟ ਹੈ, ਜੇ ਆਪਾਂ ਕਹੀਏ ਵੀ ਉਹ ਗੁਰਦੁਆਰੇ ਜਾਊ, ਕਿਉਂਕਿ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਅਸੀਂ ਬਹੁਤ ਸਾਰੇ ਮੈਸੇजेस ਪੜ੍ਹ ਰਹੇ ਸੀ ਜਿਹੜੇ ਸੋਸ਼ਲ ਮੀਡੀਆ ਤੇ ਵੀ ਸੀ, ਜਿਹਦੇ 'ਚ ਲੋਕ ਆਪਣੀਆਂ ਭਾਵਨਾਵਾਂ ਦੱਸ ਰਹੇ ਸੀ ਜਾਂ ਕਹਿ ਰਹੇ ਸੀ ਕਿ ਜੇ ਬੰਦਾ ਮੈਂਟਲੀ ਅਪਸੈਟ ਹੈ ਜਾਂ ਉੱਥੇ ਗਿਆ ਸਟੇਬਲ ਨਹੀਂ ਤਾਂ ਫਿਰ ਉਹਨੂੰ ਘਰੇ ਰੱਖੋ, ਉਹਨੂੰ ਗੁਰਦੁਆਰਾ ਸਾਹਿਬ ਕਿਉਂ ਜਾਣ ਦਿੰਦੇ ਹੋ। ਐਸੀਆਂ ਸਟੇਟਮੈਂਟ ਸੀਗੀਆਂ। ਕੀ ਆਪਾਂ ਸਾਰਿਆਂ ਨੂੰ ਇੱਕੇ ਰੱਸੇ ਲੈ ਸਕਦੇ ਹਾਂ ਉਸ ਤਰੀਕੇ ਨਾਲ ਕਿ ਜੇ ਬੰਦਾ ਤੁਸੀਂ ਮੈਂਟਲੀ ਠੀਕ ਨਹੀਂ ਹੋ, ਸਟੇਬਲ, ਤਾਂ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਨਹੀਂ ਜਾ ਸਕਦੇ? ਦੇਖੋ ਜੀ, ਗੱਲ ਇੱਦਾਂ ਹੈ ਕਿ ਇਹ ਤੇ ਬੰਦੇ ਦੀ ਆਪ ਦੀ ਅਤੇ ਉਹਦੀ ਫੈਮਿਲੀ ਦੀ ਆਪ ਦੀ ਜਿਹੜੀ ਗੱਲ ਹੈਗੀ ਨਾ, ਕਿ ਵੀ ਉਹਨਾਂ ਨੇ ਬੰਦੇ ਨੂੰ ਰੱਖਣਾ ਹੈ, ਉਹਨੂੰ ਸੰਭਾਲਣਾ ਹੈ। ਕਿਉਂਕਿ ਇੱਕ ਹੁਣ ਮੈਂਟਲੀ ਅਨਸਟੇਬਲ ਵਾਲੀ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਉਹਦੀ ਜਿਹੜੀ ਇਲਨੈਸ ਹੈ, ਤੇ ਉਹ ਇੱਕ ਹੋਰ ਵੀ ਹੈ, ਆਈ ਥਿੰਕ ਦਿਸ ਸਮਥਿੰਗ ਕਾਲਡ ਬਾਈਪੋਲਰ, ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਕਦੀ ਕੁਝ ਹੁੰਦੇ ਹੋ ਤੇ ਕਦੀ ਤੁਸੀਂ ਕੁਝ ਹੋਰ ਹੁੰਦੇ ਹੋ। ਉਹ ਸਾਰੀ ਚੀਜ਼ਾਂ ਆਈ ਅੰਡਰਸਟੈਂਡ ਕਿ ਹੁੰਦੀਆਂ ਨੇ, ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਅਗਰ ਬੰਦਾ ਇਸ ਚੀਜ਼ ਦੀ ਆੜ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਚਣ ਲਈ, ਇਹ ਵੀ ਦੇਖੋ, ਇਹ ਵੀ ਗੱਲ ਜਿਹੜੀ ਗੱਲ ਆਪਾਂ ਹੁਣ ਸਾਰੇ ਕਰ ਰਹੇ ਹਾਂ, ਉਹ ਗੱਲ ਉਹੀ ਹੋ ਰਹੀ ਹੈ ਕਿ ਵੀ ਇੰਨੇ ਸਾਰੇ ਜਿਹੜੇ ਪਿੱਛੇ, ਚਲੋ ਇੰਨੇ ਸਾਰੇ ਤੇ ਨਹੀਂ ਮੈਂ ਕਹਾਂਗਾ, ਬਟ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਇਹੋ ਜੀਆਂ, ਤੇ ਉਹਦੇ ਵਿੱਚ ਜਿਹੜੇ ਬੰਦੇ ਸੋ ਕਾਲਡ ਮੈਂਟਲੀ ਅਨਸਟੇਬਲ ਸੀਗੇ, ਉਹਨਾਂ ਨੂੰ ਪੁਲਿਸ ਨੇ ਫੜ ਕੇ ਤੇ ਉਹਨਾਂ ਨੂੰ
ਉਹਨਾਂ ਦੇ ਉੱਤੇ ਕਾਰਵਾਈ ਕੀਤੀ ਤੇ ਫਿਰ ਰਿਹਾ ਕਰਤਾ ਕਿ ਇਹ ਮੈਂਟਲੀ ਅਨਸਟੇਬਲ ਸੀਗੇ। ਬਟ ਅਗਰ ਉਹ ਗੱਲ ਹੈਗੀ ਤੇ ਵਾਕਈ ਸਾਡੀ ਕੌਮ ਨੂੰ ਇਸ ਗੱਲ ਦੀ ਆਫ ਕੋਰਸ ਦੁਖਾਂਤ ਹੈਗਾ ਤੇ ਅਸੀਂ ਉਹਨਾਂ ਤੇ ਉੱਤੇ 295 ਦਾ ਦੇਰ ਆਰ ਅਦਰ ਮੀਨਸ ਆਪਾਂ ਕਿੱਦਾਂ ਲੋਕਾਂ ਨੂੰ ਇਸ ਪਾਸੇ ਤੁਰੰਤ ਤੋਂ ਹੀ ਆਪਾਂ ਪਹਿਲਾਂ ਹੀ ਉਹਨਾਂ ਨੂੰ ਗੁੰਮਰਾਹ ਕਰ ਦਈਏ, ਮਤਲਬ ਉਹਨਾਂ ਨੂੰ ਚੇਤਾਵਨੀ ਦੇ ਦਈਏ ਕਿ ਭਾਈ ਆਹ ਕੰਮ ਨਹੀਂ ਹੋ ਸਕਦਾ। ਤੇ ਹੁਣ ਮੈਂ ਜੇ ਵਾਕਈ ਕੋਈ ਬੰਦਾ ਦਿਮਾਗੋ ਗਿਆ ਹੋਇਆ ਨਾ ਕੋ ਤੇ ਉਹ ਤੇ ਬਾਣੀ ਵੀ ਕਹਿੰਦੀ ਹੈ ਕਿ ਕੋਈ ਮੂਰਖ ਨਹੀਂ ਤੇ ਕੋਈ ਸਿਆਣਾ ਨਹੀਂ, ਠੀਕ ਹੈ ਨਾ, ਇਹ ਵੀ ਉਹਦੇ ਹੁਕਮ 'ਚ ਹੀ ਨੇ। ਤੇ ਅਗਰ ਤੁਸੀਂ ਵਾਕਈ ਉਸ ਸਪਿਰਿਚੁਅਲਿਟੀ ਵੱਲ ਵੇਖੋ ਤੇ ਸਾਨੂੰ ਵੀ ਥੋੜਾ ਜਿਹਾ ਰਹਿਮ ਦਿਲ ਹੋ ਕੇ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਵੀ ਸਿੱਖ ਦਾ ਜਿਹੜਾ ਹੈਗਾ ਅਸੀਂ ਤੇ ਹਰ ਇੱਕ ਪਾਸੇ ਪਹੁੰਚਦੇ ਹਾਂ, ਅਸੀਂ ਦਿਆਲੂ ਕੌਮ ਗਿਣੇ ਜਾਂਦੇ ਆ ਦੁਨੀਆ ਭਰ ਦੇ ਵਿੱਚ। ਜਿੱਥੇ ਵੀ ਕੋਈ ਆਫਤ ਆਉਂਦੀ ਹੈ, ਮੈਂ ਯੂਨਾਈਟਿਡ ਸਿੱਖਸ ਦਾ ਡਾਇਰੈਕਟਰ ਹੈਗਾ ਇੰਡੀਆ ਦੇ ਵਿੱਚ, ਜਿੱਥੇ ਵੀ ਕੋਈ ਆਫਤ ਆਉਂਦੀ ਹੈ ਜਿੱਦਾਂ ਅਸੀਂ ਜਾਂਦੇ ਹਾਂ ਖਾਲਸਾ ਏਡ ਪਹੁੰਚਦਾ ਹੈ, ਅਸੀਂ ਸਾਰਿਆਂ ਦੀ ਮਦਦ ਕਰਦੇ ਹਾਂ। ਸੋ ਇਹ ਇੰਪ੍ਰੈਸ਼ਨ ਗਿਆ। ਸੋ ਅਸੀਂ ਉਸ ਇੰਪ੍ਰੈਸ਼ਨ ਨੂੰ ਰੱਖੀਏ। ਠੀਕ ਹੈ, ਸਾਡੇ ਸਾਰੇ ਦਿਲਾਂ ਨੂੰ ਸੱਟ ਵੀ ਪਹੁੰਚਦੀ ਹੈ ਜਦੋਂ ਅਸੀਂ ਇਹੋ ਜਿਹੀ ਬੇਅਦਬੀ ਅਸੀਂ ਜਿਹੜੇ ਵੇਖਦੇ ਹਾਂ। ਬਟ ਉਹਦੇ ਉੱਤੇ ਜਿਹੜੀ ਗੱਲ ਆਪਾਂ ਕੀਤੀ ਹੈ, ਠੀਕ ਹੈ, ਬੰਦੇ ਨੂੰ ਫੜ ਕੇ ਤੁਸੀਂ ਨਿਯਮਾਂ ਅਨੁਸਾਰ ਜਿਹੜਾ ਸਾਡਾ ਕਾਨੂੰਨ ਕਹਿੰਦਾ ਹੈ ਉਹਨੂੰ ਫੜਾਓ। ਤੇ ਮੈਂ ਇਹ ਵੀ ਅਰਜ਼ ਕਰਾਂਗਾ ਕਿ ਜਿਹੜਾ ਸਟੇਟ ਹੈ ਨਾ, ਸਟੇਟ ਦਾ ਫਰਜ਼ ਹੈ ਕਿ ਜਿੱਥੇ ਕੋਈ ਵੀ ਘਟਨਾ ਹੋਈ ਹੈ ਉਹਦੀ ਸਾਜ਼ਿਸ਼ ਵੱਲ ਜਾਣ, ਉਹਦੀ ਪੂਰੀ ਪੈਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਜਸਟਿਸ ਦਾ ਜਿਹੜਾ ਮਾਦਾ ਹੈ ਨਾ ਉਹ ਸਿੱਖ ਕੌਮ ਦੇ ਵਿੱਚ ਸਪਸ਼ਟ ਹੋ ਜਾਏ ਕਿ ਵੀ ਹਾਂ ਸਾਨੂੰ ਨਿਆਂ ਮਿਲ ਗਿਆ ਇਸ ਚੀਜ਼ ਦੇ ਉੱਤੇ। ਸੋ ਸਟੇਟ ਦੀ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ। ਚਾਵਲਾ ਸਾਹਿਬ ਬੈਠੇ ਨੇ। ਚਾਵਲਾ ਸਾਹਿਬ, ਐਸਜੀਪੀਸੀ ਨੂੰ ਲੈ ਕੇ ਵੀ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਨੇ ਜਿਵੇਂ ਕਹਿ ਰਹੇ ਨੇ ਕਿ ਡਿਮਾਂਡ ਹੈ ਜਾਂ ਇਸ ਤਰੀਕੇ ਦੀਆਂ ਐਕਸਪੈਕਟੇਸ਼ਨਸ ਨੇ, ਤਾਂ ਉਹ ਐਕਸਪੈਕਟੇਸ਼ਨ ਐਸਜੀਪੀਸੀ ਤੋਂ ਵੀ ਬਣ ਜਾਂਦੀਆਂ ਕਿ ਐਸਜੀਪੀਸੀ ਵੀ ਉਸ ਦੇ ਵਿੱਚ ਚਾਹੇ ਸਰਕਾਰ